ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਦਾ ਧੰਨਵਾਦ। ਅੱਜ ਦੇ ਸਾਡੇ ਦੋ ਵਿਸ਼ੇ, ਪਹਿਲਾ ਵਿਸ਼ਾ ਸਾਡਾ ਦਸਵੰਤ ਦਾ। ਆਮ ਭਾਸ਼ਾ ਵਿੱਚ ਅਸੀਂ ਇਹਨੂੰ ਦਾਨ ਵੀ ਕਹਿ ਦਿੰਦੇ ਹਾਂ। ਗੁਰਮਤਿ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਵੰਤ ਦਾ ਸੰਕਲਪ, ਔਰ ਇਹ ਇੱਕ ਐਸਾ ਵਿਸ਼ਾ ਜਿਸ ਵਿਸ਼ੇ ਨਾਲ ਅਸੀਂ ਕਿਸੇ ਨਾ ਕਿਸੇ ਤਰੀਕੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਨਵੋਲਵ ਹੁੰਦੇ ਹਾਂ। ਦਸਵੰਤ ਦੇ ਜਾਂ ਦਾਨ ਦੇ ਇਤਿਹਾਸ ਬਾਰੇ ਥੋੜ੍ਹੀ ਬਹੁਤ ਗੱਲ ਕਰੀਏ ਤਾਂ ਇਹ ਭਾਰਤੀ ਧਰਮਾਂ ਦੇ ਵਿੱਚ ਦਾਨ ਦਾ ਬਹੁਤ ਮਹੱਤਵ ਦੱਸਿਆ ਗਿਆ। ਦਾਨ ਦੀ ਇਹ ਪ੍ਰਥਾ ਵੈਦਿਕ ਕਾਲ ਤੋਂ ਚਲਦੀ ਆ ਰਹੀ ਹੈ। ਦੇਵੀ ਦੇਵਤਿਆਂ ਨੂੰ ਖੁਸ਼ ਕਰਨਾ, ਅਰਥਾਤ ਕਦੀ ਕਦੀ ਉਹਨਾਂ ਨੂੰ ਖੁਸ਼ ਕਰਨ ਲਈ ਸਮੱਗਰੀ ਦਾ ਦਾਨ। ਮਨੂ ਸਮ੍ਰਿਤੀ ਅਨੁਸਾਰ ਤਾਂ ਇਹ ਕਿਹਾ ਗਿਆ ਕਿ ਪੁਜਾਰੀ ਲੋਕਾਂ ਨੂੰ, ਜੇਕਰ ਕੋਈ ਪੁਜਾਰੀ ਬੰਦਾ ਜਾਂ ਪ੍ਰੀਸਟ ਕਲਾਸ ਅਗਰ ਕੋਈ ਜ਼ਬਰਦਸਤੀ ਵੀ ਤੁਹਾਡੇ ਕੋਲ ਦਾਨ ਲਵੇ ਤਾਂ ਇਹਦਾ ਵਿਰੋਧ ਨਾ ਕਰੋ। ਮਤਲਬ ਕਹਿਣ ਦਾ ਕਿ ਦਾਨ ਨੂੰ ਧਰਮ ਨਾਲ ਇਤਨਾ ਜੋੜ ਦਿੱਤਾ ਗਿਆ ਕਿ ਦਾਨ ਦੇ ਵਿੱਚ ਜਿਹੜੀ ਇਹ ਸ਼ਰਧਾ ਵਾਲੀ ਗੱਲ, ਦਾਨ ਦੇ ਕਹਿੰਦੇ ਨੇ ਕਿ ਨਾਮ 'ਤੇ ਆਮ ਲੋਕਾਂ ਦਾ ਸ਼ੋਸ਼ਣ ਹੋਇਆ। ਔਰ ਅੱਜ ਵੀ ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ, ਉਹ ਪ੍ਰਥਾ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾਨ ਦੇ ਨਾਮ ਦੇ ਉੱਤੇ ਬੜਾ ਕੁਝ ਹੋ ਰਿਹਾ ਹੈ। ਔਰ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਇਸ ਗਲਤ ਫਹਿਮੀਆਂ ਦੇ ਵਿੱਚ ਦਾਨ ਦੇ ਜਿਹੜੇ ਸ਼ੋਸ਼ਣ ਦੀ ਗੱਲ ਹੈ, ਚਾਹੇ ਉਹ ਸ਼ੋਸ਼ਣ ਸਰੀਰਕ ਤੌਰ 'ਤੇ ਹੋਵੇ, ਚਾਹੇ ਸ਼ੋਸ਼ਣ ਆਤਮਕ ਤੌਰ 'ਤੇ ਜਾਂ ਪੈਸੇ ਦੀ ਤੌਰ 'ਤੇ। ਸ਼ੋਸ਼ਣ ਦੀ ਗੱਲ ਜਦੋਂ ਮੈਂ ਕਰਦਾ ਤਾਂ ਉਹ ਹੈ ਕਿ ਇੱਥੋਂ ਤੱਕ ਕਿ ਸਾਡੇ ਵਿੱਚ ਪੁਰਾਣੀਆਂ, ਅਗਰ ਅਸੀਂ ਵੈਦਿਕ ਕਾਲ ਤੋਂ ਜਾਂ ਪੁਰਾਣੀਆਂ ਕਥਾਵਾਂ ਪੜ੍ਹੀਏ, ਔਰ ਅੱਜ ਵੀ ਆਮ ਤੌਰ 'ਤੇ ਵਿਆਹਾਂ ਦੇ ਉੱਤੇ ਕਿਹਾ ਜਾਂਦਾ ਕੰਨਿਆ ਦਾਨ, ਪੁੱਤਰ ਦਾਨ, ਪਸ਼ੂ ਦਾਨ ਵੀ ਪ੍ਰਚਲਿਤ ਹੋਇਆ। ਔਰ ਦੁਨੀਆ ਦੇ ਹਰ ਧਰਮ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਬੁਨਿਆਦੀ ਸਿਧਾਂਤ ਹੁੰਦੇ ਨੇ। ਅਸੀਂ ਅਕਸਰ ਇੱਥੇ ਗੱਲ ਕਰਦੇ ਹਾਂ। ਔਰ ਹਰ ਧਰਮ ਦੇ ਵਿੱਚ, ਹਰ ਮਜ਼ਹਬ ਦੇ ਵਿੱਚ ਫਿਲਾਸਫੀ ਦੀ ਗੱਲ ਹੁੰਦੀ ਹੈ। ਤਾਂ ਜੇ ਅਸੀਂ ਸਿੱਖ ਮਜ਼ਹਬ ਦੀ ਗੱਲ ਕਰੀਏ, ਆਪਣੇ ਧਰਮ ਦੀ ਗੱਲ ਕਰੀਏ, ਤਾਂ ਸਿੱਖੀ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਜਿਹੜਾ ਹੈ, ਅਸੀਂ ਅਕਸਰ ਇੱਥੇ ਕਹਿੰਦੇ ਹਾਂ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਔਰ ਉਸ ਤੋਂ ਬਾਅਦ ਸਰਬੱਤ ਦੇ ਭਲੇ ਦੀ ਗੱਲ। ਅਸੀਂ ਸਵੇਰੇ ਸ਼ਾਮ ਜਦੋਂ ਵੀ ਅਰਦਾਸ ਕਰਦੇ ਹਾਂ ਉਹਦੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਹੁਣ ਇੱਥੇ ਜਿਹੜਾ ਵੰਡ ਛਕਣਾ ਅਤੇ ਸਰਬੱਤ ਦਾ ਭਲਾ, ਇਹਦੇ ਵਿੱਚੋਂ ਜਿਹੜਾ ਦਸਵੰਧ ਦਾ ਸਿਧਾਂਤ ਜਿਹੜਾ ਹੈ, ਉਹਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਔਰ ਉੱਥੋਂ ਹੀ ਇਹ ਸਿਧਾਂਤ ਨਿਕਲਦਾ ਹੈ। ਹਰ ਕੌਮ, ਹਰ ਧਰਮ, ਹਰ ਮਜ਼ਹਬ ਦੇ ਵਿੱਚ ਜਿਹੜੇ ਹੈ ਉਹ ਆਪਣੇ ਉਦੇਸ਼ ਵਿੱਚ ਤਾਂ ਹੀ ਸਫਲ ਹੋ ਸਕਦੇ ਨੇ ਕਿ ਜੇ ਉਹਨਾਂ ਦੇ ਜਿਹੜੇ ਅਨੁਯਾਈ ਨੇ ਜਾਂ ਉਸ ਧਰਮ ਨੂੰ, ਮਜ਼ਹਬ ਨੂੰ ਮੰਨਣ ਵਾਲੇ ਨੇ, ਇਹ ਉਹਨਾਂ ਦੇ ਉੱਤੇ, ਉਹਨਾਂ ਦੇ ਜਿਹੜੇ ਸਹਿਯੋਗ ਨਾਲ ਇਹ ਸਾਰੀ ਚੀਜ਼ ਨਿਰਭਰ ਹੁੰਦੀ ਹੈ। ਜਿਸ ਤਰ੍ਹਾਂ ਇਸਲਾਮ ਦੇ ਵਿੱਚ ਜ਼ਕਾਤ ਹੈ ਕਿ ਉਹ ਮਸਟ ਹੈ ਇਸਲਾਮ ਦੇ ਵਿੱਚ ਕਿ ਹਰ ਮੁਸਲਮਾਨ ਨੇ ਆਪਣੀ ਇਨਕਮ ਦਾ ਇੱਕ ਹਿੱਸਾ ਜਿਹੜਾ ਹੈ ਜ਼ਕਾਤ ਦੇ ਰੂਪ ਦੇ ਵਿੱਚ ਜੋ ਹੈ ਦੇਣਾ ਹੁੰਦਾ। ਇਸੇ ਤਰੀਕੇ ਸਿੱਖੀ ਵਿੱਚ ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ ਤਨ, ਮਨ ਅਤੇ ਧਨ ਦਾ ਜਿਹੜਾ ਯੋਗਦਾਨ ਦੀ ਗੱਲ ਕੀਤੀ ਗਈ ਹੈ। ਔਰ ਦਸਵੰਤ ਉਸ ਯੋਗਦਾਨ ਦਾ ਇੱਕ ਰੂਪ ਹੈ। ਇਸ ਤਰ੍ਹਾਂ ਦਸਵੰਤ ਇੱਕ ਬੜਾ ਹੀ ਨਵੇਕਲਾ ਜਿਹਾ ਦਾਨ ਨਾਲੋਂ ਇੱਕਦਮ ਅਲੱਗ ਹੋ ਗਿਆ, ਕਿਉਂਕਿ ਦਾਨ ਔਰ ਦਸਵੰਤ ਦੇ ਵਿੱਚ ਫ਼ਰਕ ਸਮਝਣਾ ਬੜਾ ਜ਼ਰੂਰੀ ਹੈ। ਅਕਸਰ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਹਾਂ। ਦਸਵੰਧ ਦੇ ਸਿਧਾਂਤ ਅਤੇ ਦਾਨ ਦੇ ਸਿਧਾਂਤ ਨੂੰ ਆਮ ਤੌਰ 'ਤੇ ਅਗਰ ਗੱਲ ਕਰੀਏ ਤਾਂ ਅਸੀਂ ਇੱਕੋ ਜਿਹਾ ਹੀ ਮੰਨਦੇ ਹਾਂ, ਪਰ ਇਹਦੇ ਵਿੱਚ ਬਹੁਤ ਫ਼ਰਕ ਹੈ। ਦਾਨ ਜਿਹੜਾ ਹੁੰਦਾ ਹੈ, ਜਦੋਂ ਕਿਸੇ ਨੂੰ ਅਸੀਂ ਮਦਦ ਵਜੋਂ ਦਿੱਤਾ ਜਾਂਦਾ ਹੈ, ਅਤੇ ਦਾਨ ਦੇਣ ਵਾਲੇ ਦੇ ਮਨ ਦੇ ਵਿੱਚ ਸੁਪੀਰੀਅਰਿਟੀ ਕੰਪਲੈਕਸ ਆਉਂਦਾ ਹੈ, ਔਰ ਦਾਨ ਲੈਣ ਵਾਲੇ ਦੇ ਮਨ ਦੇ ਵਿੱਚ ਇਨਫੀਰੀਅਰਿਟੀ ਕੰਪਲੈਕਸ ਆ ਜਾਂਦਾ ਹੈ। ਇਹ ਅਕਸਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖਦੇ ਹਾਂ। ਲੇਕਿਨ ਗੁਰਮਤਿ ਦੇ ਵਿੱਚ ਇਸ ਸਮੱਸਿਆ ਨੂੰ ਬੜੇ ਸੁੰਦਰ ਢੰਗ ਨਾਲ ਨਜਿੱਠਿਆ ਗਿਆ। ਔਰ ਹਰ ਇੱਕ ਉਪਦੇਸ਼ ਨੂੰ ਕਿਸੇ ਨੂੰ ਦਾਨ ਦੇਣ ਦੀ ਬਜਾਏ ਦਸਵੰਤ ਗੁਰੂ ਨੂੰ ਭੇਂਟ ਕਰੋ। ਜਿਵੇਂ ਆਮ ਤੌਰ 'ਤੇ ਸਾਡੀ ਗੋਲਕਾਂ ਦੇ ਉੱਤੇ ਹੀ ਲਿਖਿਆ ਹੁੰਦਾ ਹੈ, ਗੁਰੂ ਕੀ ਗੋਲਕ ਦੇ ਉੱਤੇ ਜਿਹੜਾ ਆਮ ਲਿਖਿਆ ਹੈ ਨਾ ਕਿ ਕੀ ਲਿਖਿਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੋ ਇਹ ਸਿੱਖੀ ਵਿੱਚ ਦਾਨ ਸ਼ਬਦ ਪ੍ਰਚਲਿਤ ਤਾਂ ਹੈ,
ਪਰ ਇਸ ਸ਼ਬਦ ਪ੍ਰਤੀ ਸਾਡੇ ਕੌਮ ਦੇ ਵਿੱਚ ਸਤਿਕਾਰ ਨਹੀਂ ਹੈ ਦਾਨ ਦਾ। ਗੱਲ ਜਾਰੀ ਹੈ ਕਿ ਜਿਹੜਾ ਸਿੱਖੇ ਦੇ ਸੁਭਾਅ ਵਿੱਚ ਹੀ ਜਿਹੜਾ ਹੈ ਇਹ ਦਾਨ ਦੇਣਾ ਨਹੀਂ ਹੈ, ਨਾ ਦਾਨ ਲੈਣਾ ਸੁਭਾਅ ਵਿੱਚ ਹੈ। ਤੇ ਜਿਹੜੀ ਇਹ ਗੁਰਦੁਆਰਿਆਂ ਦੀ ਦੇਖੋ, ਜਦੋਂ ਕੋਈ ਮਜ਼ਹਬ ਇੰਸਟੀਟਿਊਸ਼ਨਲ ਬਣ ਜਾਂਦਾ ਉਦੋਂ ਫਿਰ ਬੜੇ ਜਿਹੜੇ ਜਿਵੇਂ ਹੁਣ ਗੁਰਦੁਆਰੇ ਦੀ ਮੈਂ ਇੱਥੇ ਪਿਛਲੇ ਲੈਕਚਰ ਵਿੱਚ ਗੁਰਦੁਆਰੇ ਦੀ ਇੱਕ ਭਾਈ ਕਾਹਨ ਸਿੰਘ ਨਾਭੇ ਦੀ ਜਦੋਂ ਮੈਂ ਡੈਫੀਨੇਸ਼ਨ ਦੱਸੀ ਸੀ ਕਿ ਗੁਰਦੁਆਰਾ ਆਤਮਕ ਸੋਮਾ ਤਾਂ ਹੈ ਹੀ ਹੈ, ਭੁੱਖੇ ਲਈ ਅੰਨਾਪੂਰਨ ਹੈ, ਅਨਪੜ੍ਹ ਲਈ ਪਾਠਸ਼ਾਲਾ ਹੈ, ਯਾਤਰੀ ਲਈ ਰਹਿਣ ਬਸੇਰਾ ਹੈ, ਔਰ ਜਿਹੜਾ ਰੋਗੀ ਹੈ ਉਸ ਲਈ ਇਹ ਜੋ ਹੈ ਹੌਸਪੀਟਲ ਹੈ। ਤੋ ਇਹ ਸਾਰੀਆਂ ਚੀਜ਼ਾਂ ਬਣਾਉਣ ਲਈ ਕੁਛ ਜਿਹੜੇ ਨੇ ਮਾਧਿਅਮ ਚਾਹੀਦੇ ਹੁੰਦੇ ਨੇ। ਉਹ ਮਾਧਿਅਮ ਜਿਹੜਾ ਉਹ ਗੁਰੂ ਦੀ ਗੋਲਕ ਨਾਲ, ਦਸਵੰਤ ਪ੍ਰਥਾ ਨਾਲ ਜਿਹੜੀ ਹੈ ਉਹ ਤਾਂ ਹੀ ਚੱਲਦੀਆਂ ਨੇ ਇੰਸਟੀਟਿਊਸ਼ਨਸ। ਤਾਂ ਗੁਰੂ ਘਰ ਵਿੱਚ ਜਾਂ ਸਿੱਖੀ ਦੇ ਵਿੱਚ ਜਿਹੜਾ ਦਸਵੰਤ ਦਾ ਕੰਸੈਪਟ ਹੈ, ਇਸ ਨੂੰ ਅਸੀਂ ਅੱਜ ਬਹੁਤ ਤਰੀਕੇ ਨਾਲ ਸਮਝਣਾ ਕਿ ਅੱਜ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ 21ਵੀਂ ਸੈਂਚਰੀ ਵਿੱਚ ਵਿਚਰ ਰਹੇ ਹਾਂ ਤਾਂ ਇਸ ਦਸਵੰਤ ਨੂੰ ਸਾਨੂੰ ਕਿਸ ਤਰ੍ਹਾਂ ਦੇਣਾ ਚਾਹੀਦਾ ਹੈ, ਤਾਂ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਖੂਬਸੂਰਤ ਲਾਈਨ ਵਿੱਚ ਕਿਹਾ ਨਾ ਕਿ ਅਕਲੀ ਕੀਚੇ ਦਾਨ, ਕਿ ਦਾਨ ਜਿਹੜਾ ਹੈ ਇਹ ਅਕਲ ਨਾਲ ਕਰਨਾ ਹੈ, ਜਿੱਥੇ ਜ਼ਰੂਰਤ ਹੈ ਇਹ ਉੱਥੇ ਦੇਈਏ। ਨਿਰਾ ਤਿਰਾ ਅਸੀਂ ਆਮ ਤੌਰ 'ਤੇ ਦੇਖਦੇ ਹਾਂ, ਚਾਹੇ ਉਹ ਲੰਗਰਾਂ ਦੇ ਵਿੱਚ ਹੋਵੇ ਅਤੇ ਚਾਹੇ ਨਗਰ ਕੀਰਤਨਾਂ ਵਿੱਚ ਹੋਏ, ਕਿ ਕਿਸ ਤਰ੍ਹਾਂ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਹੀ ਇਤਨਾ ਪੈਸਾ ਵੇਸਟ ਕਰ ਦਿੰਦੇ ਹਾਂ। ਮੈਂ ਅਕਸਰ ਕਹਿੰਦਾ ਕਿ ਅਸੀਂ ਕਿੱਥੇ ਬੈਠ ਕੇ ਯੂਨੀਵਰਸਿਟੀ 'ਚ ਇੱਕ ਵਾਰੀ ਪਿਛਲੇ 10 15 20 ਸਾਲਾਂ ਦੇ ਵਿੱਚ ਜਿੰਨੀਆਂ ਸ਼ਤਾਬਦੀਆਂ ਆਈਆਂ, ਔਰ ਉਹਨਾਂ ਸ਼ਤਾਬਦੀਆਂ ਦੇ ਵਿੱਚ ਅਸੀਂ ਅੰਦਾਜ਼ਾ ਲਗਭਗ ਲਗਾਇਆ ਕਿ 35 ਅਰਬ ਦੇ ਕਰੀਬ ਜੋ ਹੈ ਇਹ ਸਿੱਖਾਂ ਦਾ ਜਾਂ ਜਿਹੜੇ ਦਸਵੰਤ ਦੇਣ ਵਾਲਿਆਂ ਦਾ ਪੈਸਾ 35 ਅਰਬ ਰੁਪਇਆ ਅਸੀਂ ਖਰਚ ਦਿੱਤਾ ਸਿਰਫ ਨਗਰ ਕੀਰਤਨਾਂ ਵਿੱਚ, ਲੰਗਰਾਂ ਵਿੱਚ, ਕਾਨਫਰੰਸਾਂ ਵਿੱਚ ਅਤੇ ਹੋਰ ਬੜੀਆਂ ਐਸੀਆਂ ਚੀਜ਼ਾਂ ਦੇ ਵਿੱਚ। ਔਰ ਤੁਸੀਂ ਹੁਣ ਥੋੜ੍ਹਾ ਇਮੈਜਨ ਕਰੋ ਕਿ ਉਹ 35 ਅਰਬ ਅਗਰ ਇੱਕ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਲ ਸੀ ਕਿ ਅਕਲੀ ਕੀਚੇ ਦਾਨ, ਅਗਰ ਉਹ 35 ਅਰਬ ਕਿਸੇ ਹੋਰ ਚੰਗੀ ਥਾਂ 'ਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਜਾਂ ਸਾਡੇ ਜਿਹੜੇ ਗਰੀਬ ਸਿੱਖ ਨੇ ਉਹਨਾਂ ਵਿੱਚ ਅਗਰ ਇਹ ਖਰਚ ਕੀਤਾ ਜਾਂਦਾ ਤਾਂ ਸ਼ਾਇਦ ਕੌਮੀ ਤੌਰ 'ਤੇ ਸਾਡੇ ਹਾਲਾਤ ਬੜੇ ਹੋਰ ਹੁੰਦੇ। ਮੈਂ ਅਕਸਰ ਪਿੱਛੇ ਇੱਕ ਗੱਲ ਸੁਣੀ ਸੀ, ਕਿਉਂਕਿ ਮੈਨੂੰ ਇਸ ਤਰ੍ਹਾਂ ਮੈਂ ਜਾਣਦਾ ਕਿ ਮੇਰੇ ਦੋਸਤ ਉਹਦੇ ਵਿੱਚ ਇਨਵਾਲਵ ਸੀ, ਕਿ ਉਹ ਇਸ ਤਰ੍ਹਾਂ ਇੰਗਲੈਂਡ ਗਏ ਸੀ ਅਤੇ ਇੰਗਲੈਂਡ ਵਿੱਚ ਕੁਛ ਪੁਰਾਤਨ ਸਰੂਪ, ਬਿਰਧ ਸਰੂਪ ਜਿਹੜੇ ਸੀ ਉਹ ਮਹਾਰਾਜ ਦੇ ਉੱਥੋਂ ਦੇ ਸਿੱਖਾਂ ਨੇ ਕਿਹਾ, ਉਸ ਬੰਦੇ ਨੇ 200 ਸਰੂਪ ਉੱਥੋਂ ਇਕੱਠੇ ਕਰਕੇ ਇੰਗਲੈਂਡ ਤੋਂ ਇੱਕ ਚਾਰਟਰ ਹਵਾਈ ਜਹਾਜ਼ ਕਰਕੇ ਇੱਥੇ ਦਿੱਲੀ ਲਿਆਇਆ, ਜਿਹਦੇ 'ਚ ਉਹਦੇ 90 ਲੱਖ ਰੁਪਇਆ ਉਹਨੇ ਖਰਚ ਕਰ ਦਿੱਤਾ। ਅਤੇ ਮੈਂ ਇਸ ਦਾ ਵਿਰੋਧ ਵੀ ਕੀਤਾ ਕਿ ਮੈਂ ਕਿਹਾ ਤੁਸੀਂ 90 ਲੱਖ ਰੁਪਏ ਕੌਮ ਦੇ ਇਸ ਤਰ੍ਹਾਂ ਇੱਕ ਪੈਟਰੋਲ ਦੇ ਵਿੱਚ ਜਾਂ ਧੂਏਂ ਵਿੱਚ ਉਡਾ ਦਿੱਤੇ, ਕੀ ਇਹ ਸੰਸਕਾਰ ਜਾਂ ਉਹਨਾਂ ਦਾ ਜਿਹੜਾ ਵੀ ਜਿਹੜੇ ਪੁਰਾਤਨ ਬਿਰਧ ਸਰੂਪ ਸੀ ਉਹਨਾਂ ਦਾ ਉੱਥੇ ਵੀ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਪ੍ਰਬੰਧ ਹੋ ਜਾਂਦਾ। 90 ਲੱਖ ਰੁਪਏ ਤੁਸੀਂ ਕੌਮ ਦੇ ਇਕੱਠੇ ਕਰਕੇ ਅਤੇ ਉਹ ਇੱਥੇ ਦਿੱਲੀ ਲੈ ਕੇ ਆਏ, ਔਰ ਬੜੇ ਆਪਣੇ ਤਰੀਕੇ ਨਾਲ ਇਹਨਾਂ ਨੇ ਜੋ ਸੰਸਕਾਰ ਕੀਤਾ। ਉਹ 90 ਲੱਖ ਰੁਪਏ ਅਗਰ 90 ਗਰੀਬ ਸਿੱਖਾਂ ਨੂੰ 1-1 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਂਦਾ, ਮੈਂ ਨਹੀਂ ਸਮਝਦਾ ਕਿ 1000 ਸਾਲ ਤੱਕ ਉਹ ਆਪਣੀ ਸਿੱਖੀ ਤੋਂ ਜਿਹੜੇ ਉਹ ਮੁਨਕਰ ਹੋ ਜਾਂਦੇ। ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ, ਸਾਨੂੰ ਇਹ ਦਸਵੰਤ ਦਾ ਜਿਹੜਾ ਲੈਕਚਰ ਵੀ ਇਸ ਲਈ ਰੱਖਣਾ ਪਿਆ ਕਿ ਜਦੋਂ ਅਸੀਂ ਆਪਣੇ ਆਸ-ਪਾਸ ਆਪਣੇ ਮਾਹੌਲ ਨੂੰ, ਆਪਣੇ ਮੁਹੱਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਅਤੇ ਸਾਡਾ ਦਿੱਤਾ ਪੈਸਾ ਇਤਨਾ ਮਿਸਯੂਜ਼ ਹੋ ਰਿਹਾ। ਪਹਿਲੀ ਗੱਲ ਤਾਂ ਸਾਨੂੰ ਹੀ ਨਹੀਂ ਪਤਾ ਕਿ ਅਸੀਂ ਕਿੱਥੇ ਦਸਵੰਤ ਦੇਣਾ, ਕਿੱਥੇ ਨਹੀਂ ਦੇਣਾ, ਔਰ ਉਸ ਤੋਂ ਬਾਅਦ ਜਦੋਂ ਅਸੀਂ ਦੇ ਵੀ ਦਿੰਦੇ ਹਾਂ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਯੂਜ਼ ਹੁੰਦਾ ਹੈ। ਇਸ ਗੱਲ ਦੇ ਉੱਤੇ ਸਾਨੂੰ ਬੜਾ ਹੀ ਸਿਰ ਨੀਵਾਂ ਕਰਕੇ ਇਹ ਸੋਚਣ ਦੀ ਜ਼ਰੂਰਤ ਹੈ ਕਿ ਇਹ ਜਿਹੜਾ ਦਸਵੰਤ ਦਾ ਕੰਸੈਪਟ ਹੈ ਕੌਮੀ ਤੌਰ 'ਤੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਔਰ ਇੱਕ ਲਹਿਰ ਦਾ ਰੂਪ ਬਣ ਜਾਂਦੀ ਹੈ, ਔਰ ਜਿਵੇਂ ਜਿਵੇਂ ਲਹਿਰ ਵਿਕਸਿਤ ਹੋਈ ਉਸੇ ਤਰ੍ਹਾਂ ਪਦਾਰਥਾਂ ਦੀ, ਧਨ ਦੀ, ਸਹੂਲਤਾਂ ਦੀ ਜ਼ਰੂਰਤ ਸ਼ੁਰੂ ਹੋਈ। ਔਰ ਅਗਰ ਅਸੀਂ ਆਪਣਾ ਇਤਿਹਾਸ ਦੇਖੀਏ ਤਾਂ ਗੁਰੂਆਂ ਨੇ ਸ਼ਹਿਰ ਵਸਾਏ, ਜਿੱਥੇ ਪਾਣੀ ਨਹੀਂ ਉੱਥੇ ਖੂਹ ਖੁਦਵਾਏ, ਜਿੱਥੇ ਹੌਸਪੀਟਲ ਨਹੀਂ ਉੱਥੇ ਹੌਸਪੀਟਲ ਬਣਵਾਏ। ਇਹ ਪੁਰਾਣੇ ਤੁਸੀਂ ਦੇਖ ਲਓ ਕਿਤਨੇ ਹੀ ਸ਼ਹਿਰ ਗੁਰੂਆਂ ਨੇ ਆਪ ਵਸਾਏ ਨੇ। ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਪੈਸਾ ਦਸਵੰਤ ਦਾ ਯੂਜ਼ ਹੋਇਆ ਸੀ। ਤਾਂ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਇਸ ਸਮੇਂ ਵਿੱਚ 21ਵੀਂ ਸੈਂਚਰੀ 'ਚ ਸਾਨੂੰ ਆਪਣਾ ਇਹ ਕੌਮੀ ਪੈਸਾ ਕਿਸ ਤਰ੍ਹਾਂ ਖਰਚ ਕਰਨਾ ਚਾਹੀਦਾ ਹੈ, ਜਾਂ ਪਰਸਨਲ ਤੌਰ 'ਤੇ ਜਦੋਂ ਅਸੀਂ ਦਸਵੰਤ ਦਿੰਦੇ ਹਾਂ ਸਾਨੂੰ ਇਹ ਕਿਸ ਤਰ੍ਹਾਂ ਯੂਜ਼ ਕਰਨਾ ਚਾਹੀਦਾ ਹੈ, ਇਸ ਬਾਰੇ ਪ੍ਰੋਫੈਸਰ ਮਨਜੀਤ ਕੌਰ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪ ਜੀ ਨਾਲ ਗੱਲ ਕਰਨਗੇ।
ਪ੍ਰੋਫੈਸਰ ਮਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਚੇਅਰਮੈਨ ਸਾਹਿਬ ਸਰਦਾਰ ਹਰਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਐਰਕਾ ਦੂਜੀ ਵਾਰ ਮੈਨੂੰ ਆਪ ਜੀ ਵਿਦਵਾਨ ਸੱਜਣਾਂ ਦੇ, ਭੈਣਾਂ ਦੇ, ਵੀਰਾਂ ਦੇ ਦਰਸ਼ਨ ਕਰਕੇ ਆਪ ਜੀ ਦੀ ਸੰਗਤ ਮਾਨਣ ਦਾ ਜਿਹੜਾ ਮਾਣ ਹੈ ਉਹ ਬਖਸ਼ਿਆ ਕਿ ਮੈਂ ਆਪ ਜੀ ਦੇ ਵਿੱਚ, ਆਪ ਜੈਸੇ ਵਿਦਵਾਨਾਂ ਦੇ ਵਿੱਚ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਲਈ ਇੱਥੇ ਆਈ ਹਾਂ। ਇੱਕ ਵਾਰ ਫਿਰ ਮੈਂ ਵੀਰ ਜੀ ਦਾ ਧੰਨਵਾਦ ਕਰਦੀ ਹਾਂ। ਇੱਕ ਧੰਨਵਾਦ ਇੱਥੇ ਬੁਲਾਉਣ ਦਾ, ਅਤੇ ਦੂਜਾ ਧੰਨਵਾਦ ਜਦੋਂ ਵੀ ਕਿਸੇ ਸਪੀਕਰ ਨੇ ਬੋਲਣਾ ਹੁੰਦਾ ਤੇ ਜਿਵੇਂ ਇੱਕ ਕਿਸਾਨ ਖੇਤੀ ਵਿੱਚ ਬੀਜ ਬੀਜਣ ਤੋਂ ਪਹਿਲਾਂ ਜਿਹੜੀ ਜ਼ਮੀਨ ਹੈ ਉਹਨੂੰ ਪੱਧਰੀ ਕਰ ਦਿੰਦਾ, ਉਸੇ ਪ੍ਰਕਾਰ ਹੀ ਵੀਰ ਜੀ ਦੀ ਇਹ ਵਿਲੱਖਣਤਾ ਹੈ ਕਿ ਜਦੋਂ ਕਿਸੇ ਨੇ ਬੋਲਣਾ ਹੁੰਦਾ ਹੈ ਉਹਦੇ ਲਈ ਜ਼ਮੀਨ ਜਿਹੜੀ ਹੈ ਉਹ ਵਾਹ ਕੇ ਉਹਦੇ ਉੱਪਰ ਸੁਹਾਗਾ ਫੇਰ ਦਿੰਦੇ ਨੇ, ਤਾਂ ਕਿ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਬੀਜ ਬੀਜਣਾ ਸੌਖਾ ਲੱਗੇ। ਮੇਰਾ ਅੱਜ ਦਾ ਬੋਲਣ ਦਾ ਜੋ ਵਿਸ਼ਾ ਹੈ ਉਹ ਦਸਵੰਧ ਹੈ। ਦਸਵੰਧ ਦਾ ਭਾਵ ਹੈ ਆਪਣੀ ਕਿਰਤ ਕਮਾਈ ਵਿੱਚੋਂ ਧਰਮ ਦੇ ਨਿਮਿਤ ਕੱਢਿਆ ਹੋਇਆ 10ਵਾਂ ਹਿੱਸਾ, ਉਸ ਨੂੰ ਦਸਵੰਧ ਕਿਹਾ ਗਿਆ। ਗੁਰੂ ਨਾਨਕ ਸਾਹਿਬ ਜੀ ਜਦੋਂ ਇਸ ਧਰਤੀ 'ਤੇ ਆਏ ਨੇ, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਗੁਰੂ ਸਾਹਿਬ ਜੀ ਜਦੋਂ ਇਸ ਦੁਨੀਆ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਆਪਣਾ ਚਾਰ ਚੁਫੇਰਾ ਵਿਲਕਦਾ ਵੇਖਿਆ, ਤੜਫਦਾ ਵੇਖਿਆ, ਧਰਤੀ ਨੂੰ ਪੁਕਾਰ ਕਰਦੀ ਜਦੋਂ ਵੇਖਿਆ, ਤੇ ਗੁਰੂ ਸਾਹਿਬ ਦਾ ਜਿਹੜਾ ਅੰਦਰਲਾ ਪਣ ਸੀ ਉਹ ਵਿੰਨਿਆ ਗਿਆ। ਤੇ ਗੁਰੂ ਸਾਹਿਬ ਜੀ ਨੇ ਇਸ ਸਮਾਜ ਨੂੰ ਇੱਕ ਚੰਗਾ ਰੂਪ ਦੇਣ ਦੇ ਲਈ ਜੋ ਉਪਰਾਲੇ ਕੀਤੇ, ਉਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਕਿ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਮ ਪਾਤਸ਼ਾਹ ਜੀ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਇਸ ਸਮਾਜ ਨੂੰ ਸਵਾਰਨ ਦੇ ਵਿੱਚ ਲਗਾ ਦਿੱਤਾ। ਜੇਕਰ ਅੱਜ ਹਿੰਦੁਸਤਾਨ ਦੀ ਤਸਵੀਰ ਵੱਲ ਝਾਤ ਮਾਰੀਏ, ਇਹਦੀ ਭਾਵੇਂ ਸਮਾਜਿਕ ਅਵਸਥਾ, ਭਾਵੇਂ ਆਰਥਿਕ ਹੈ, ਇਹਨਾਂ ਦੋਵਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਵੱਡਾ ਯੋਗਦਾਨ ਹੈ। ਸਿੱਖਾਂ ਨੇ ਜਾਂ ਲੋਕਾਂ ਨੇ ਕਿਵੇਂ ਰਹਿਣਾ, ਕੀ ਖਾਣਾ ਪੀਣਾ, ਉਹਨਾਂ ਨੇ ਆਪਣੀ ਰੱਖਿਆ ਕਿਵੇਂ ਕਰਨੀ ਹੈ, ਇਹ ਸਾਰੇ ਜਿਹੜੇ ਸਿਧਾਂਤ ਨੇ ਇਹ ਗੁਰੂ ਘਰ ਦੀ ਦੇਣ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜਗਤ ਦੇ ਵਿੱਚ ਆ ਕੇ ਜਗਤ ਦਾ ਹਾਲ ਵੇਖਿਆ ਤੇ ਉਹਨਾਂ ਨੇ ਜਗਤ ਨੂੰ ਚੰਗੇ ਰਸਤੇ ਤੇ ਸਚਿਆਰ ਮਾਰਗ ਦਾ ਪਾਂਧੀ ਬਣਾਉਣ ਦੇ ਲਈ ਜੋ ਵਿਚਾਰ ਰੱਖੇ ਨੇ ਉਹ ਗੁਰਬਾਣੀ ਦੇ ਵਿੱਚ ਮੌਜੂਦ ਨੇ ਕਿ ਗੁਰੂ ਸਾਹਿਬ ਜੀ ਕਿਵੇਂ ਦੁਨੀਆ ਨੂੰ ਸੱਚ ਦੇ ਨਾਲ ਜੋੜਦੇ ਨੇ, ਆਪਣੇ ਸਰੀਰ ਦੇ ਨਾਲ ਜਾਂ ਆਪਣੇ ਨਾਮ ਦੇ ਨਾਲ ਨਹੀਂ ਜੋੜਦੇ, ਭਾਵ ਕਿ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਦੇ ਨੇ। ਗੁਰੂ ਸਾਹਿਬ ਜੀ ਸੱਜਣ ਦੇ ਕੋਲ ਜਾਂਦੇ ਨੇ, ਸੱਜਣ ਜੋ ਇੱਕ ਠੱਗ ਹੈ। ਹੁਣ ਇੱਥੇ ਗੱਲ ਮੈਂ ਕਰਨ ਲੱਗੀ ਹਾਂ ਵਿਚਾਰ ਦੀ ਜਾਂ ਗਿਆਨ ਦੀ, ਤੇ ਗੁਰੂ ਸਾਹਿਬ ਦਾ ਰਾਬਤਾ ਜਿਹੜਾ ਮੇਲ ਹੈ ਉਹ ਸਿੱਧਾ ਸੱਜਣ ਦੇ ਨਾਲ ਹੁੰਦਾ। ਹੁਣ ਜੇਕਰ ਗੱਲ ਸਰੀਰ ਦੀ ਹੁੰਦੀ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਿਹੜਾ ਸੱਜਣ ਉਹ ਪੈਰਾਂ ਦੇ ਉੱਤੇ ਡਿੱਗ ਪੈਂਦਾ, ਪਰੰਤੂ ਹੋਇਆ ਇੱਦਾਂ ਨਹੀਂ। ਸੱਜਣ ਨੇ ਇੱਕ ਕਮਰਾ ਰਿਹਾਇਸ਼ ਲਈ ਦਿੱਤਾ ਹੈ ਗੁਰੂ ਸਾਹਿਬ ਨੂੰ, ਤੇ ਆਪ ਜਿਹੜਾ ਉਹਦਾ ਕਾਲਾ ਕਰਮ ਸੀ ਜੋ ਕਰਦਾ ਸੀ ਲੋਕਾਂ ਨੂੰ ਮਾਰਨ ਦਾ, ਉਸ ਪਾਸੇ ਲੱਗ ਗਿਆ ਕਿ ਹੁਣ ਮੈਂ ਇਹਨਾਂ ਨੂੰ ਕਿਵੇਂ ਮਾਰਨਾ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਸਾਹਿਬ ਜੀ ਸ਼ਬਦ ਦਾ ਗਾਇਨ ਕਰਦੇ ਨੇ ਕਿ ਉਜਲ ਕਿਹਾ ਚਿਲਕਣਾ ਘੋਟਮ ਕਲੜੀ ਮਸ, ਧੋਤਿਆਂ ਮੈਲ ਨਾ ਉਤਰੇ ਜੇ ਹੋ ਧੋਵਾਂ ਤਿਸ। ਇਹ ਸ਼ਬਦ ਦਾ ਗਾਇਨ ਹੁੰਦਾ ਹੈ, ਵਿਚਾਰ ਆਉਂਦੀ ਹੈ, ਇਹ ਸ਼ਬਦ ਸੱਜਣ ਦੇ ਕੰਨਾਂ ਵਿੱਚ ਪੈਂਦੇ ਨੇ ਤੇ ਉਹ ਆ ਕੇ ਪੈਰਾਂ ਦੇ ਉੱਤੇ ਡਿੱਗ ਪੈਂਦਾ। ਇਹ ਜਿਹੜੀ ਇੱਕ ਸਾਖੀ ਜਾਂ ਇੱਕ ਝਾਕੀ ਹੈ, ਬਹੁਤ ਸਾਰੀਆਂ ਗੁਰੂ ਸਾਹਿਬ ਦੇ ਜੀਵਨ ਵਿੱਚ ਸਾਖੀਆਂ ਨੇ। ਗੁਰੂ ਸਾਹਿਬ ਨੇ ਹਰਿਦੁਆਰ ਜਾ ਕੇ ਪੰਡਤਾਂ ਨੂੰ ਇਹ ਨਹੀਂ ਕਿਹਾ ਕਿ ਸੂਰਜ ਨੂੰ ਪਾਣੀ ਕਿਉਂ ਦੇ ਰਹੇ ਹੋ ਭਾਈ, ਸੂਰਜ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ, ਕਿਸੇ ਨੂੰ ਰੋਕਿਆ, ਕਿਸੇ ਨੂੰ ਟੋਕਿਆ ਨਹੀਂ, ਭਾਵ ਕਿ ਆਪ ਜ਼ਮੀਨ ਦੇ ਵਿੱਚ ਪਾਣੀ ਦੇਣ ਲੱਗ ਪਏ। ਜਿਹੜਾ ਉਹਨਾਂ ਦਾ ਮੇਨ ਫਲਸਫਾ ਸੀ
ਉਹ ਲੋਕਾਂ ਨੂੰ ਸੱਚ ਦੇ ਨਾਲ ਜੋੜਨਾ ਸੀ। ਸੱਚੇ ਉਰੋ ਸੱਚ ਸਭ ਕੋ ਉੱਪਰ ਸੱਚ ਆਚਾਰ, ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਜਿਹੜੀਆਂ ਆਚਾਰ ਵਿੱਚ ਅਸੀਂ ਬੁਰੀਆਂ ਸੀ ਉਹਨੂੰ ਚੰਗੀਆਂ ਕਰਨਾ ਸੀ। ਇਹਦੇ ਲਈ ਜੋ ਪਹਿਲਾ ਸਟੈਪ ਸੀ ਉਹ ਸੀ ਕਿਰਤ ਦਾ। ਹਿੰਦੁਸਤਾਨ ਦੇ ਲੋਕ ਕਿਰਤੀ ਨਹੀਂ ਸਨ, ਵੇਲੜ ਸਨ, ਮੰਗਤੇ ਸਨ। ਦੋ ਸ਼੍ਰੇਣੀਆਂ ਸਨ, ਇੱਕ ਸੀ ਖੋ ਕੇ ਖਾਣ ਵਾਲੀਆਂ, ਇੱਕ ਸੀ ਝਪਟ ਕੇ ਖਾਣ ਵਾਲੀਆਂ। ਤੇ ਜਿਹੜਾ ਆਮ ਵਰਗ ਸੀ ਉਹ ਪਿਸਿਆ ਹੋਇਆ ਸੀ। ਜਿਹੜੇ ਮੁਗਲ ਸਨ ਉਹ ਜ਼ੋਰ ਜ਼ਬਰੀ ਖੋ ਕੇ ਲੈ ਜਾਂਦੇ ਸਨ, ਤੇ ਜਿਹੜੇ ਪ੍ਰੋਹਿਤ ਸਨ ਉਹ ਦਾਨ ਦਾ ਇੰਨਾ ਵੱਡਾ ਉਹਨਾਂ ਨੇ ਕਰੂਪ ਰੂਪ ਪੇਸ਼ ਕੀਤਾ ਸੀ ਕਿ ਜੇਕਰ ਤੁਸੀਂ ਦਾਨ ਨਹੀਂ ਦੇਵੋਗੇ ਤੇ ਤੁਹਾਨੂੰ ਮੁਕਤੀ ਨਹੀਂ ਮਿਲੇਗੀ। ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਹਾਥੀ ਤੱਕ, ਇੱਕ ਦੁੱਧ ਦੀ ਗਾਂ ਤੋਂ ਲੈ ਕੇ ਔਰਤ ਤੱਕ ਦਾ ਜਿਹੜਾ ਦਾਨ ਸੀ ਉਹ ਪ੍ਰੋਹਿਤ ਲਿਆ ਕਰਦੇ ਸਨ। ਪਰ ਦਾਨ ਦੇ ਵਿੱਚ ਸਵਾਰਥ ਹੈ। ਜਿਹੜਾ ਦਾਨ ਦੇ ਰਿਹਾ ਉਹਦਾ ਇਹ ਸਵਾਰਥ ਹੈ ਕਿ ਮੈਂ ਮੁਕਤ ਹੋਣਾ। ਜਿਹੜਾ ਦਾਨ ਲੈ ਰਿਹਾ ਉਹਦਾ ਇਹ ਸਵਾਰਥ ਹੈ ਕਿ ਮੈਂ ਅਮੀਰ ਹੋਣਾ, ਮੈਂ ਆਪਣੀਆਂ ਜਿੰਨੀਆਂ ਵੀ ਵਿੱਤੀ ਆਪਣੀਆਂ ਲੋੜਾਂ ਨੇ ਉਹਨਾਂ ਨੂੰ ਇਹਨਾਂ ਕੋਲੋਂ ਲੈ ਕੇ ਪੂਰਾ ਕਰਨਾ ਹੈ। ਜਦੋਂ ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇਹ ਕੁਝ ਵੇਖਿਆ ਤੇ ਉਹਨਾਂ ਨੇ ਲੋਕਾਂ ਨੂੰ ਕਿਰਤ ਵਾਲੇ ਪਾਸੇ ਜੋੜਿਆ, ਕਿਉਂਕਿ ਜਿਹੜਾ ਕਿਰਤੀ ਹੋਏਗਾ ਉਹ ਆਪ ਵੀ ਰੱਜੇਗਾ ਤੇ ਨਾਲ ਦੂਜਿਆਂ ਨੂੰ ਵੀ ਰਜਾਏਗਾ। ਗੁਰੂ ਸਾਹਿਬ ਜੀ ਦਾ ਸੋਰਠ ਰਾਗ ਦੇ ਵਿੱਚ ਸ਼ਬਦ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਭਗਤ ਕਰ ਜਮ ਸੀ, ਸੇ ਕਰ ਭਾਗਠ ਦੇਖ ਬਾਬਾ, ਮਾਇਆ ਸਾਥ ਨਾ ਹੋਏ, ਇਸ ਮਾਇਆ ਜਗ ਮੋਹਿਆ, ਬਿਰਲਾ ਬੂਝੇ ਕੋਏ। ਕਿ ਇਹ ਜਿਹੜੀ ਮਾਇਆ ਹੈ ਇਹਨੇ ਸਾਥ ਨਹੀਂ ਜਾਣਾ। ਆਪਣੇ ਜਿਹੜੇ ਮਨ ਨੂੰ ਹੱਲ ਬਣਾ, ਆਪਣੀ ਮਨ ਨੂੰ ਹੱਲ ਬਣਾ ਕੇ ਇਹ ਖੇਤੀ ਕਰ। ਇਹ ਸ਼ਬਦ ਦੇ ਵਿੱਚ 4 ਪਦੇ ਨੇ ਜਿਹੜੇ ਵਣਜ ਦੇ ਨਾਲ, ਸੌਦਾਗਰੀ, ਵਪਾਰ ਦੇ ਨਾਲ ਸੰਬੰਧਿਤ ਨੇ। 4 ਦੇ 4 ਜਿਹੜੇ ਕਿੱਤੇ ਨੇ ਇਸ ਸੋਰਠ ਰਾਗ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਿਆਨ ਕੀਤੇ ਨੇ। ਦੂਜੇ ਪਾਸੇ ਜਿਹੜੇ ਲੁੱਟਦੇ ਪਏ ਨੇ ਉਹਨਾਂ ਨੂੰ ਇਹ ਸਮਝਾਉਂਦੇ ਨੇ ਕਿ ਸਾਡੇ ਤਨ ਦੇ ਕੱਪੜੇ ਦੇ ਉੱਤੇ ਜੇਕਰ ਬਲੱਡ ਲੱਗ ਜਾਵੇ, ਲਹੂ ਜਾਂ ਖੂਨ ਲੱਗ ਜਾਵੇ ਤੇ ਅਸੀਂ ਉਹਨੂੰ ਉਤਾਰ ਕੇ ਸੁੱਟ ਦਿੰਦੇ ਹਾਂ ਕਿ ਇਹ ਪਲੀਤ ਹੋ ਗਿਆ। ਪਰੰਤੂ ਜਿਹੜਾ ਤੁਸੀਂ ਲੋਕਾਂ ਦਾ ਖੂਨ ਨਿਚੋੜ ਕੇ ਉਹਨਾਂ ਦੀ ਜਿਹੜੀ 10 ਨੋਹਾਂ ਦੀ ਕਿਰਤ ਹੈ ਉਹਨੂੰ ਖਾ ਰਹੇ ਹੋ, ਜਿੱਤ ਲੱਗ ਰਤ ਲਾਗੇ ਕੱਪੜੇ, ਜਾਮਾ ਹੋਏ ਪਲੀਤ, ਜੋਰਤ ਪੀਵੇ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਉਹ ਕਹਿੰਦੇ ਫਿਰ ਤੁਹਾਡੇ ਜਿਹੜੇ ਹਿਰਦੇ ਨੇ, ਜਿਹੜੇ ਤੁਹਾਡੇ ਮਨ ਨੇ, ਇਹ ਕਿਵੇਂ ਪਵਿੱਤਰ ਨੇ ਜੋ ਤੁਸੀਂ ਲੋਕਾਂ ਦਾ ਜਿਹੜਾ ਖੂਨ ਹੈ ਉਹ ਨਿਚੋੜ ਕੇ ਪੀ ਰਹੇ ਹੋ। ਗੁਰੂ ਸਾਹਿਬ ਜੀ ਨੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲ ਕਮਾਈ ਕਰੋ, ਆਪ ਖਾਓ ਤੇ ਦੂਜਿਆਂ ਨੂੰ ਖਵਾਓ। ਤੇ ਜਿਹੜਾ ਇਹ ਸੱਚ ਦਾ ਮਾਰਗ ਹੈ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਸਟਾਰਟਿੰਗ ਹੁੰਦੀ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਨਾਲ ਹੀ ਇਹਦਾ ਜਵਾਬ ਹੈ ਕਿ ਕਿਵੇਂ ਹੋਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਮੰਨੈ ਹੋਵੇ ਪ੍ਰਵਾਨ, ਸੋ ਖਸਮੇ ਕਾ ਮਹਿਲ ਪਾਏ ਸੀ। ਹੁਕਮ ਦੇ ਅਨੁਸਾਰ ਚੱਲਣਾ ਹੈ। ਕਿਹੜਾ ਹੁਕਮ? ਜੋ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਦਾ ਹੈ, ਜੋ ਸਾਨੂੰ ਆਪਣੀ ਦੇਹ ਦੇ ਨਾਲ ਨਹੀਂ, ਕੇਵਲ ਤੇ ਕੇਵਲ ਅਕਾਲ ਪੁਰਖ ਦੇ ਨਾਲ ਜੋੜਦਾ। ਜੋ ਕਿਰਤੀ ਹੋਵੇਗਾ ਉਹਦੇ ਮਨ ਵਿੱਚ ਦਇਆ, ਸਬਰ ਤੇ ਸੰਤੋਖ ਦਾ ਜਨਮ ਹੋਏਗਾ। ਉਹ ਦੂਜਿਆਂ ਦੇ ਲਈ ਦਇਆ ਵਾਲੇ ਮਨ ਦੇ ਨਾਲ ਸੋਚੇਗਾ। ਇੱਕ ਭਲਾ ਪੁਰਖ ਨਦੀ ਦੇ ਕਿਨਾਰੇ ਸਫ਼ਰ ਕਰਦਾ ਪਿਆ ਤੇ ਨਦੀ ਦੇ ਵਿੱਚ ਇੱਕ ਬਿੱਛੂ ਹੈ ਜੋ ਡੁੱਬਦਾ ਪਿਆ ਤੇ ਉਹਨੂੰ ਬਚਾਉਣ ਦੇ ਲਈ ਬੈਠ ਜਾਂਦਾ। ਬਿੱਛੂ ਡੁੱਬਦਾ, ਉਹਨੂੰ ਹੱਥ ਨਾਲ ਫੜਦਾ ਤੇ ਬਿੱਛੂ ਹੱਥ ਤੇ ਡੰਗ ਮਾਰਦਾ। ਉਹ ਡੰਗ ਜਦੋਂ ਵੱਜਦਾ ਹੱਥ ਦੇ ਉੱਤੇ ਡੱਸਦਾ ਤੇ ਉਸ ਦਰਦ ਦੇ ਨਾਲ ਹੱਥੋਂ ਛੁੱਟ ਕੇ ਫਿਰ ਪਾਣੀ 'ਚ ਡਿੱਗ ਪੈਂਦਾ। ਇਹ 2-3 ਵਾਰ ਕਿਰਿਆ ਹੁੰਦੀ ਤੇ ਕੋਲ ਦੀ ਇੱਕ ਹੋਰ ਜਿਹੜਾ ਪੁਰਖ ਹੈ ਉਹ ਲੰਘਦਾ ਪਿਆ, ਕਹਿੰਦਾ ਭਾਈ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਕਿ ਬਿੱਛੂ ਨੂੰ ਤੂੰ ਕੱਢਦਾ, ਉਹ ਤੈਨੂੰ ਕੱਟਦਾ, ਉਹ ਤੇਰੇ ਹੱਥੋਂ ਫਿਰ ਡਿੱਗ ਪੈਂਦਾ ਤੇ ਉਹਨੂੰ ਛੱਡ ਦੇ। ਉਹ ਕਹਿੰਦਾ ਵੀ ਇਹ ਕਿਵੇਂ? ਕਹਿੰਦਾ ਉਹ ਛੋਟਾ ਜਿਹਾ ਜੀਵ ਹੈ, ਉਹ ਆਪਣਾ ਕਰਮ ਨਹੀਂ ਛੱਡਦਾ ਪਿਆ, ਉਹਦਾ ਕਰਮ ਹੈ ਡੰਗਣਾ ਤੇ ਮੇਰਾ
ਕਰਮ ਹੈ ਡੁੱਬਦਿਆਂ ਨੂੰ ਬਚਾਉਣਾ। ਜੇ ਛੋਟਾ ਜਿਹਾ ਜਿਹੜਾ ਜੀਵ ਹੈ ਉਹ ਆਪਣਾ ਕਰਮ ਨਹੀਂ ਛੱਡਦਾ ਤੇ ਮੈਂ ਪੁਰਖ ਹੋ ਕੇ ਕਿਵੇਂ ਛੱਡ ਦੇਵਾਂ? ਕਿਉਂਕਿ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਪਰਮਾਤਮਾ ਨੇ 84 ਲੱਖ ਜੋਨਾਂ ਦਾ ਅਵਰ ਜੋਨ ਤੇਰੀ ਪਨਹਾਰੀ। ਇਸ ਧਰਤੀ ਮੈਂ ਤੇਰੀ ਸਿਕਦਾਰੀ ਕਿ ਜਿੰਨੇ ਵੀ ਜੀਵ ਜੰਤੂ ਨੇ ਉਹ ਮੇਰੇ ਪਾਣੀ ਹਾਰ ਨੇ। ਮੈਂ ਸਾਰਿਆਂ ਦਾ ਸਰਦਾਰ ਹਾਂ, ਫਿਰ ਮੇਰਾ ਫਰਜ਼ ਹੈ ਕਿ ਮੈਂ ਇਸ ਨੂੰ ਬਚਾਵਾਂ। ਗੁਰੂ ਸਾਹਿਬ ਜੀ ਨੇ ਕਿਰਤ ਦੇ ਕੇ ਜੀਵ ਦੇ ਮਨ ਦੇ ਵਿੱਚ ਦਇਆ ਜਿਹੜੀ ਹੈ ਉਹ ਦੇ ਦਿੱਤੀ। ਜਿਹੜਾ ਹੱਥ ਦੇ ਨਾਲ ਕਿਰਤ ਕਰੇਗਾ ਉਹ ਕਿਰਤੀ ਹੁੰਦਿਆਂ ਹੁੰਦਿਆਂ ਸੰਤ ਤੇ ਸਿਪਾਹੀ ਦਾ ਜਿਹੜਾ ਰੂਪ ਹੈ ਉਹ ਧਾਰਨ ਕਰਦਾ ਜਾਵੇਗਾ। ਹਿੰਦੁਸਤਾਨ ਦੀ ਲੋਕਾਈ ਨੂੰ ਗੁਰੂ ਸਾਹਿਬ ਜੀ ਨੇ 2 ਵਕਤ ਦੀ ਰੋਟੀ, ਜਦੋਂ ਤੁਸੀਂ ਧਰਮ ਦਾ ਇਤਿਹਾਸ ਪੜ੍ਹੋ ਜਾਂ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ ਤੇ ਉਹਦੇ ਵਿੱਚੋਂ ਇਹ ਜਾਣਕਾਰੀ ਮਿਲਦੀ ਹੈ ਕਿ ਹਿੰਦੁਸਤਾਨ ਦੇ ਲੋਕਾਂ ਦੇ ਘਰ ਵਿੱਚ 2 ਵਕਤ ਦਾ ਅੰਨ ਨਹੀਂ ਸੀ ਹੁੰਦਾ ਖਾਣ ਦੇ ਲਈ, ਕਿਉਂਕਿ ਉਹ ਹੱਥੀਂ ਕਿਰਤ ਕਰਨ ਦੀ ਉਹਨੂੰ ਆਦਤ ਨਹੀਂ ਸੀ। ਸੋ ਗੁਰੂ ਸਾਹਿਬਾਨ ਨੇ ਜਿਹੜੀ ਇਹ ਦਾਤ ਹੈ ਕਿ ਕਿਰਤ ਕਰਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਜਿਹੜੇ ਵੇਲੜ ਸਾਧ ਸਨ ਉਹ ਕਹਿੰਦੇ ਸੀ ਜਗਤ ਤੋਂ ਉਪਰਾਮ ਹੋ ਜਾਓ, ਤੁਹਾਨੂੰ ਮੁਕਤੀ ਨਹੀਂ ਮਿਲੇਗੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਜੇ ਗ੍ਰਸਤ ਦੀ ਪ੍ਰਧਾਨਤਾ ਹੈ ਤੇ ਉਹਦੇ ਨਾਲ ਕਿਰਤ ਦੀ ਪ੍ਰਧਾਨਤਾ ਆਏਗੀ। ਕਿਰਤ ਤੋਂ ਬਾਅਦ ਵੰਡ ਛਕਣਾ। ਜੋ ਸਾਡੇ ਸਮਾਜ ਦੇ ਵਿੱਚ ਅਮੀਰ ਤੇ ਗਰੀਬ 2 ਵਰਗ ਨੇ, ਇਹਨਾਂ ਦੀ ਜੇਕਰ ਤੁਸੀਂ ਸੂਖਮ ਜਾਂ ਇਹਨਾਂ ਦੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਵੇਖੋ ਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਕਿ ਇੱਕੋ ਪਿਤਾ ਹੈ, ਅਸੀਂ ਸਾਰੀ ਉਹਦੀ ਔਲਾਦ ਹਾਂ। ਇੱਕ ਅਰਬਾਂਪਤੀ ਹੈ ਤੇ ਇੱਕ ਦੀ ਜੇਬ ਵਿੱਚ 100 ਰੁਪਈਆ ਵੀ ਨਹੀਂ। ਇੱਕ ਦੇ ਘਰਾਂ ਦੇ ਵਿੱਚ ਕੀਮਤੀ ਪੱਥਰ ਲੱਗੇ ਨੇ, ਮਹਿਲ ਮੁਨਾਰੇ ਉਹਦੇ ਬਣੇ ਹੋਏ ਨੇ, ਤੇ ਇੱਕ ਦੇ ਘਰ ਵਿੱਚ ਬਸਤਾ ਟੁੱਟੀ ਝੌਂਪੜੀ ਹੈ। ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਆਪਣਾ ਜੀਵਨ ਬਸ਼ਰ ਕਰਦਾ ਪਿਆ। ਸਾਰੇ ਧਰਮਾਂ ਦੇ ਪੈਗੰਬਰਾਂ ਨੇ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਯਹੂਦੀ ਹੈ, ਭਾਵੇਂ ਉਹ ਇਸਲਾਮ ਹੈ, ਹਿੰਦੂ ਹੈ ਜਾਂ ਸਿੱਖ ਹੈ, ਸਾਰੇ ਦੇ ਸਾਰੇ ਧਰਮਾਂ ਦੇ ਪੈਗੰਬਰਾਂ ਨੇ ਜ਼ਕਾਤ ਜਾਂ ਟੈਕਸ ਦੇ ਰੂਪ ਦੇ ਵਿੱਚ ਟੈਕਸਾਂ ਸਰਕਾਰ ਲੈਂਦੀਆਂ ਨੇ, ਪਰੰਤੂ ਜਿਹੜਾ ਕੁਝ ਆਪਣੀ ਆਮਦਨ ਦੇ ਵਿੱਚੋਂ ਧਰਮ ਦੇ ਸਾਰਥਕ ਰੂਪ ਦੇ ਲਈ ਜਿਹੜੀ ਕਮਾਈ ਦਾ ਹਿੱਸਾ ਹੈ ਉਹ ਧਰਮ ਦੇ ਜਿਹੜੇ ਪੈਗੰਬਰ ਨੇ ਉਹ ਮੰਨਦੇ ਨੇ। ਇਸ ਦੇਸ਼ ਦੇ ਵਿੱਚ ਹਜ਼ਾਰਾਂ ਕਾਰਖਾਨੇ ਤੇ ਹਜ਼ਾਰਾਂ ਮਿੱਲਾਂ ਚੱਲਦੀਆਂ ਨੇ ਜੋ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਪਈਆਂ ਨੇ, ਪਰੰਤੂ ਕੁਝ ਉਹ ਲੋੜਾਂ ਨੇ ਜੋ ਸਰਕਾਰਾਂ ਨੂੰ ਤੇ ਸਰਕਾਰ ਦੇ ਕਰਿੰਦਿਆਂ ਨੂੰ ਦਿਖਾਈ ਨਹੀਂ ਦੇ ਰਹੀਆਂ। ਉਹ ਉਹਨਾਂ ਬੰਦਿਆਂ ਨੂੰ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਦੀ ਜਿਹੜੀ ਪ੍ਰਤਿਭਾ ਹੈ ਉਹ ਬਹੁਤ ਉੱਚੀ ਹੈ, ਜੋ ਪ੍ਰਤਿਭਾਸ਼ਾਲੀ ਨੇ। ਹਿੰਦੁਸਤਾਨ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਪਾਗਲ ਨੌਜਵਾਨ ਤੇ ਪਾਗਲ ਔਰਤਾਂ ਤੁਰੀਆਂ ਫਿਰਦੀਆਂ ਨੇ। ਉਹਨਾਂ ਨੂੰ ਸਾਂਭਣ ਵਾਲਾ ਜਾਂ ਉਹਨਾਂ ਨੂੰ ਦਾਖਲ ਕਰਨ ਵਾਲਾ ਕੋਈ ਹਸਪਤਾਲ ਨਹੀਂ ਜੋ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ ਜਾਂ ਹੈ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਦੇ ਵਿੱਚ ਅਜਿਹੇ ਮਨੁੱਖਾਂ ਦੇ ਲਈ ਜੋ ਕੋੜੀ ਸਨ ਜਾਂ ਪਾਗਲ ਸਨ ਜਾਂ ਲੂਲੇ ਲੰਗੜੇ ਸਨ, ਉਹਨਾਂ ਦੇ ਲਈ ਤਰਨ ਤਾਰਨ ਦੇ ਵਿੱਚ ਇੱਕ ਜਿਹੜਾ ਹਸਪਤਾਲ ਨਾਮੀ ਇੱਕ ਜਿਹੜਾ ਆਸ਼ਰਮ ਸੀ ਉਹ ਖੋਲ੍ਹਿਆ। ਉਹਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਸਨ ਉਹ ਰੱਖ ਕੇ ਉਹਨਾਂ ਦਾ ਇਲਾਜ ਦਵਾਖਾਨੇ ਦੇ ਰਾਹੀਂ, ਗੁਰੂ ਘਰ ਵੱਲੋਂ ਦਵਾਖਾਨੇ ਖੋਲ੍ਹੇ ਗਏ, ਉਹਨਾਂ ਦਵਾਵਾਂ ਦੇ ਰਾਹੀਂ ਰੋਗੀਆਂ ਦਾ ਇਲਾਜ ਹੋਣ ਲੱਗਾ। ਪਰੰਤੂ ਅੱਜ ਦੀ ਦੁਨੀਆ ਦੇ ਵਿੱਚ, ਅਜੋਕੇ ਯੁੱਗ ਦੇ ਵਿੱਚ ਕੋਈ ਵੀ ਇਹੋ ਜਿਹਾ ਸਥਾਨ ਨਹੀਂ ਹੈ ਜਿੱਥੇ ਲੂਲੇ ਲੰਗੜੇ ਅੰਨੇ ਕਾਣੇ ਜਾਂ ਸਰੀਰਕ ਪੱਖੋਂ ਕੋਈ ਵੀ ਅਪਾਹਜ ਜਿਹੜੇ ਬੰਦੇ ਨੇ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਰੋਟੀ ਦੇ ਕੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਭਗਤ ਪੂਰਨ ਸਿੰਘ ਜੀ ਨੇ ਆਪਣਾ ਜੀਵਨ ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਕਿ ਕਿਵੇਂ ਉਹ ਸਿੱਖ ਬਣੇ। ਇੱਕ ਨੌਨ ਸਿੱਖ ਸਨ ਤੇ ਆਪਣੇ ਅੱਖੀਂ ਜਿਹੜਾ ਉਹਨਾਂ ਦੇ ਨਾਲ ਜਿਹੜੀ ਵਾਰਤਾ ਹੋਈ ਕਿ ਗੁਰਦੁਆਰਾ ਜਿਹੜਾ ਡੇਰਾ ਸਾਹਿਬ ਲਾਹੌਰ ਹੈ ਉਹਦੇ ਬਾਹਰ ਕੋਈ 14 ਸਾਲ ਦਾ ਇੱਕ ਬੱਚਾ ਛੱਡ ਗਿਆ ਜਿਹਦੀਆਂ 2 ਲੱਤਾਂ ਨਕਾਰਾ ਸਨ, ਨਾ ਕੰਨਾਂ ਤੋਂ ਸੁਣ ਸਕਦਾ ਸੀ ਨਾ ਮੂੰਹ ਤੋਂ ਬੋਲ ਸਕਦਾ ਸੀ। ਇੱਕ ਹੱਥ ਵੀ ਨਕਾਰਾ ਸੀ, ਜਿਹੜਾ ਦੂਜਾ ਹੱਥ ਸੀ ਉਹ ਵੀ ਗੁੱਟ ਤੋਂ ਨਕਾਰਾ ਸੀ, ਭਾਵ ਕਿ ਸਰੀਰਕ ਇੱਕ ਜਾਨ ਸੀ, ਹੋਰ ਉਹਦੇ ਵਿੱਚ ਕੁਝ ਨਹੀਂ ਸੀ। ਉਹਦੇ ਘਰ ਦੇ ਉਹਨੂੰ ਉੱਥੇ ਛੱਡ ਗਏ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ, ਤੇ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸੀ ਉਹਨੇ ਉਸ ਬੱਚੇ ਨੂੰ ਚੁੱਕਿਆ ਤੇ ਉਸ ਬੱਚੇ ਨੂੰ ਚੁੱਕ ਕੇ
ਉਹਨੂੰ ਇੱਕ ਬਿਸਤਰ ਦੇ ਉੱਤੇ ਪਾਇਆ ਤੇ ਉਹਦੀ ਦੇਖਭਾਲ ਕਰਦੇ ਰਹੇ। ਭਗਤ ਪੂਰਨ ਸਿੰਘ ਜੀ ਉੱਥੇ ਰਹਿੰਦੇ ਸਨ, ਉਹਨਾਂ ਨੇ ਉਸ ਬੱਚੇ ਦੀ ਸੇਵਾ ਦੀ ਜ਼ਿੰਮੇਵਾਰੀ ਚੁੱਕ ਲਈ। ਇਹ ਗੱਲ 1934 ਦੀ ਹੈ। 1947 ਦੇ ਵਿੱਚ ਦੇਸ਼ ਵੰਡਿਆ ਗਿਆ ਤੇ ਭਗਤ ਪੂਰਨ ਸਿੰਘ ਉਸ ਲੂਲੇ ਲੰਗੜੇ ਨੂੰ ਚੁੱਕ ਕੇ ਆਪਣੀ ਪਿੱਠ ਤੇ ਅੰਮ੍ਰਿਤਸਰ ਲੈ ਆਏ। ਅੰਮ੍ਰਿਤਸਰ ਆ ਗਏ, ਪਰ ਰਹਿਣ ਲਈ ਕੋਈ ਥਾਂ ਨਹੀਂ ਹੈ ਜਿੱਥੇ ਉਹਨਾਂ ਰਹਿਣਾ। ਸਰਦੀਆਂ ਗਰਮੀਆਂ ਇੱਧਰ ਉੱਧਰ ਜਿਹੜਾ ਹੈ ਕੱਟਦੇ ਰਹੇ। ਅਖੀਰ ਮਾਸਟਰ ਤਾਰਾ ਸਿੰਘ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਲੈ ਕੇ, ਜਿੱਥੇ ਅੱਜ ਪਿੰਗਲਵਾੜਾ ਸਥਾਪਿਤ ਹੈ। ਤੇ ਅੱਜ ਜੇਕਰ ਆਪਣੇ ਜੀਵਨ ਦੀ ਅਹਿਮੀਅਤ ਨੂੰ ਜਾਣਨਾ ਹੈ ਤੇ ਜ਼ਿੰਦਗੀ ਵਿੱਚ ਇੱਕ ਵਾਰ ਪਿੰਗਲਵਾੜੇ ਜ਼ਰੂਰ ਜਾਇਓ। ਉੱਥੇ ਉਹਨਾਂ ਲੋਕਾਂ ਨੂੰ ਵੇਖ ਕੇ ਸਾਨੂੰ ਆਪਣੇ ਜੀਵਨ ਦੀ ਅਹਿਮੀਅਤ ਪਤਾ ਲੱਗਦੀ ਹੈ ਕਿ ਪਰਮਾਤਮਾ ਨੇ ਸਾਨੂੰ ਕਿੱਡਾ ਵੱਡਾ ਗਿਫਟ ਸਾਡਾ ਸਰੀਰ ਸਾਨੂੰ ਦਿੱਤਾ ਹੈ। ਇੰਨੇ ਸੋਹਣੇ ਨੌਜਵਾਨ ਬੱਚੇ ਨੇ ਜਿਹੜੇ ਮੈਂਟਲੀ ਅਪਸੈਟ ਨੇ, ਕੋਈ ਸਰੀਰ ਤੋਂ ਅਪਾਹਿਜ ਹੈ, ਕੋਈ ਦਿਮਾਗ ਤੋਂ ਕਿਸੇ ਨਾ ਕਿਸੇ ਸਰੀਰ ਦੀ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਕੋਈ ਨਾ ਕੋਈ ਕਮੀ ਹੈ, ਜਿਹਦਾ ਕਰਕੇ ਉੱਥੇ, ਪਰ ਧੰਨ ਉਹ ਨੇ ਜਿਹੜੇ ਉਹਨਾਂ ਦੀ ਦੇਖਭਾਲ ਕਰਦੇ ਨੇ। ਸਾਡੇ ਵਰਗੇ 2 ਮਿੰਟ ਉੱਥੇ ਠਹਿਰ ਨਹੀਂ ਸਕਦੇ, ਕਿਉਂਕਿ ਮਨ ਉੱਥੇ ਸਾਡਾ ਬੈਰਾਗ ਵਿੱਚ ਆ ਜਾਂਦਾ ਹੈ ਕਿ ਕੁਦਰਤ ਜਾਂ ਅਕਾਲ ਪੁਰਖ ਤੇਰਾ ਧੰਨ ਹੈ ਕਿ ਤੂੰ ਸਾਨੂੰ ਇਹੋ ਜਿਹਾ ਜਿਹੜਾ ਸਰੀਰ ਬਖਸ਼ਿਆ। ਉਹ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਨੇ ਇਹ ਦਸਵੰਧ ਦੇ ਦੁਆਰਾ ਚਲਾਏ ਜਾਂਦੇ ਨੇ। ਪਿੰਗਲਵਾੜੇ ਦਾ ਜਿਹੜਾ ਖਰਚਾ ਹੈ ਕਰੋੜਾਂ ਰੁਪਈਆਂ ਦੇ ਵਿੱਚ ਹੈ, ਪਰ ਉਹ ਗੁਰਸਿੱਖ ਜੋ ਆਪਣੀ ਕਮਾਈ ਦੇ ਵਿੱਚੋਂ ਹਰ ਮਹੀਨੇ ਜਾਂ 6 ਮਹੀਨੇ ਬਾਅਦ ਦਸਵੰਧ, ਸਿੱਖ ਨੂੰ ਹਦਾਇਤ ਸੀ ਕਿ ਆਪਣਾ ਦਸਵੰਧ ਇਕੱਠਾ ਕਰਕੇ ਗੁਰੂ ਘਰ ਦੇ ਨਿਮਿਤ ਖਰਚਣਾ। ਪਰ ਜੇਕਰ ਅੱਜ ਦੇ ਯੁੱਗ ਵੱਲ ਝਾਤ ਮਾਰੀਏ ਤੇ ਜੇ ਮੈਂ ਗਲਤ ਨਾ ਹੋਵਾਂ ਤੇ 98 ਤੋਂ 95% ਸਿੱਖ ਨੇ ਜਿਹੜਾ ਆਪਣੀ ਕਮਾਈ ਵਿੱਚੋਂ ਦਸਵੰਧ ਨਹੀਂ ਕੱਢਦੇ। ਜੇਕਰ ਅਸੀਂ ਦਸਵੰਧ ਕੱਢਦੇ ਹਾਂ ਤੇ ਅਸੀਂ ਲੰਗਰਾਂ ਦੇ ਲਈ ਜਾਂ ਗੁਰੂ ਘਰ ਦੀਆਂ ਇਮਾਰਤਾਂ ਦੇ ਲਈ ਜਾਂ ਇਹੋ ਜਿਹੇ ਜਿਹੜੇ ਦਿਖਾਈ ਦੇ ਸਕੇ ਜਿਹੜਾ ਕੰਮ, ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰਦੁਆਰੇ ਦੇ ਵਿੱਚ ਇੱਕ ਪੱਖਾ ਲਵਾ ਦਿੰਦੇ ਹਾਂ। ਪੱਖੇ ਦੇ 3 ਜਾਂ 4 ਪਰ ਹੁੰਦੇ ਨੇ, ਉਹਨਾਂ 4 ਪਰਾਂ ਦੇ ਉੱਤੇ ਸਾਰੇ ਖਾਨਦਾਨ ਦਾ ਨਾਮ ਉਕਰਿਆ ਹੁੰਦਾ ਹੈ ਕਿ ਫਲਾਣੇ ਸਿੰਘ ਨੇ ਆਪਣੇ ਪਿਤਾ ਦੀ, ਆਪਣੀ ਮਾਤਾ ਦੀ, ਆਪਣੇ ਭਰਾ ਦੇ, ਭਤੀਜੇ ਦੀ ਯਾਦ ਦੇ ਵਿੱਚ ਇਹ ਪੱਖਾ ਜਿਹੜਾ ਦਾਨ ਕਰਵਾਇਆ। ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਕਿ ਅਸੀਂ ਤਾਂ ਭਿਖਾਰੀ ਹਾਂ ਤੇ ਤੂੰ ਸਾਡਾ ਦਾਤਾ ਹੈ। ਅਸੀਂ ਇੱਕ ਪੱਖਾ ਜਾਂ ਇੱਕ ਗੁਰਦੁਆਰੇ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਸਰਦਲਾਂ ਲੱਗੀਆਂ ਨੇ, ਪੱਥਰ ਦੇ ਜਿਹੜੇ ਵੱਡੇ ਵੱਡੇ ਮੀਨਾਰ ਲੱਗੇ ਨੇ, ਥੱਲੇ ਚਿਪਸਾਂ ਪਈਆਂ ਨੇ, ਉਹ ਪੱਥਰਾਂ ਦੀਆਂ ਸਲੇਟਾਂ ਦੇ ਉੱਤੇ ਆਪਣੇ ਨਾਮ ਲਿਖਾ ਕੇ ਅਸੀਂ ਕਹਿੰਦੇ ਮੇਰਾ ਹੈ। ਪਰ ਅਸੀਂ ਥੋੜ੍ਹਾ ਜਿਹਾ ਵੇਖੀਏ ਕਿ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਏ ਸੀ ਉਦੋਂ ਸਾਡੇ ਹੱਥ ਵਿੱਚ ਕੀ ਸੀ, ਕਿੰਨਾ ਕੁ ਖਜ਼ਾਨਾ ਦੇ ਕੇ ਭੇਜਿਆ ਸਾਨੂੰ ਅਕਾਲ ਪੁਰਖ ਨੇ, ਜਿਹਨੂੰ ਅਸੀਂ ਕਹੀਏ ਕਿ ਮੇਰਾ। ਖਾਲੀ ਹੱਥ ਸੀ। ਜਦੋਂ ਅਸੀਂ ਇਸ ਸੰਸਾਰ ਤੋਂ ਜਾਣਾ, ਸਾਡੇ ਹੱਥ ਵਿੱਚ ਕੀ ਜਾਣਾ ਇਹ ਵੀ ਨਹੀਂ ਪਤਾ ਕਿ ਸਾਡੇ ਸਰੀਰ ਨੂੰ ਲੱਕੜਾਂ ਵੀ ਮਿਲਣੀਆਂ ਜਾਂ ਕਫਨ ਵੀ ਮਿਲਣਾ, ਕਿ ਕਿੱਥੇ ਮਰਨਾ, ਕਿੰਨੇ ਸਾਡੇ ਸਰੀਰ ਨੂੰ ਚੁੱਕ ਕੇ ਸਾੜਨਾ, ਜਾਂ ਅਸੀਂ ਵੱਡੇ ਵੱਡੇ ਜਿਹੜੇ ਅਮੀਰ ਬਣੇ ਫਿਰਦੇ ਹਾਂ ਇੱਦਾਂ ਹੀ ਚਲੇ ਜਾਣਾ। ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਇੱਕ ਫੁਰਮਾਨ ਹੈ ਕਿ ਅਸੀਂ ਇੱਥੋਂ ਜੇ ਉਹ ਅਸੀਂ ਬੀਜਦੇ ਹਾਂ, ਸਿੱਖ ਸੈਸ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ। 1000 ਖੱਟਦੇ ਹਾਂ, ਉਹਦੇ ਨਾਲ ਸਾਡਾ ਜਿਹੜਾ ਮਨ ਹੈ ਤ੍ਰਿਪਤ ਨਹੀਂ ਹੁੰਦਾ। ਅਸੀਂ ਲੱਖ ਵਾਲੇ ਪਾਸੇ ਦੌੜ ਪੈਂਦੇ ਹਾਂ, ਪੂੰਜੀਆਂ ਜਮ੍ਹਾਂ ਕਰਦੇ ਰਹਿੰਦੇ ਹਾਂ। 10 ਗੁਰੂ ਸਾਹਿਬਾਨ ਦਾ ਜੀਵਨ ਸਾਡੇ ਲਈ ਆਦਰਸ਼ਕ ਹੈ। ਜੋ ਅਸੀਂ ਜੇਕਰ ਕੋਈ ਸਾਡੇ ਲਈ ਰੋਲ ਮਾਡਲ ਹੈ ਉਹ ਸਾਡੇ ਗੁਰੂ ਸਾਹਿਬ ਨੇ। ਅਸੀਂ ਕਈ ਵਾਰ ਇਹ ਗੱਲ ਕਹਿ ਦਿੰਦੇ ਹਾਂ ਕਿ ਅੱਜ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਹੈ ਨਹੀਂ। ਕਿਉਂ? ਸਾਡੇ ਗੁਰੂ ਸਾਹਿਬ ਕਿੱਥੇ ਗਏ ਨੇ? ਅਸੀਂ ਅੱਜ ਕਹਿੰਦੇ ਹਾਂ ਕਿ ਕਈ ਗੀਤਕਾਰ ਗੀਤਾਂ ਦੇ ਵਿੱਚ ਲਿਖਦੇ ਨੇ ਆਜਾ ਬਾਬਾ ਨਾਨਕਾ, ਤੇ ਮੈਨੂੰ ਹਾਸਾ ਆ ਜਾਂਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਗਏ ਕਦੋਂ ਨੇ ਜੇ ਵਾਪਸ ਆਉਣ? ਉਹ ਸਾਡੀ ਬਾਣੀ ਦੇ ਵਿੱਚ, ਆਪਣੇ ਫਲਸਫੇ ਦੇ ਵਿੱਚ ਸਾਡੇ ਕੋਲ ਮੌਜੂਦ ਨੇ, ਪਰੰਤੂ ਅਸੀਂ ਉਹਨਾਂ ਨੂੰ ਵੇਖ ਨਹੀਂ ਸਕੇ। ਸਾਡੀ ਉਹ ਬਿਰਤੀ ਨਹੀਂ। ਅਸੀਂ ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬਸ ਦਰਸ਼ਨ ਕੀਤਾ, ਪ੍ਰਸ਼ਾਦ ਲਿਆ, ਵਾਪਸ ਆ ਗਏ। ਪਰ ਸਿੱਖ ਦੇ ਕੁਝ ਫਰਜ਼ ਨੇ ਜੋ ਅਸੀਂ ਨਿਭਾ ਨਹੀਂ ਰਹੇ। ਉਹਨਾਂ ਫਰਜ਼ਾਂ ਦੀ ਕੁਤਾਹੀ ਜਿਹੜੀ ਹੈ ਉਹ ਸਾਨੂੰ ਆਪਣੇ ਧਰਮ ਤੋਂ ਦੂਰ ਲੈ ਕੇ ਜਾ ਰਹੀ ਹੈ। ਤਾਂ ਇਹ ਜਿਹੜੀ ਗੱਲ ਹੈ ਕਿ ਦਸਵੰਧ 10 ਗੁਰੂ ਸਾਹਿਬਾਨ ਨੇ ਨਗਰ ਵਸਾਏ ਨੇ, ਨਗਰਾਂ ਦੇ ਵਿੱਚ ਕਿੱਤੇਦਾਰ ਜਿਹੜੇ ਉਹ ਬਿਠਾਏ ਨੇ,
ਸਿੱਖ ਨੇ ਕਿਰਤ ਕੀ ਕਰਨੀ ਹੈ, ਕਿਹੋ ਜਿਹੀ ਕਰਨੀ ਹੈ, ਕਿਵੇਂ ਕਰਨੀ ਹੈ, ਕਿੱਥੇ ਜਾ ਕੇ ਕਰਨੀ ਹੈ, ਸਾਰੀ ਦੀ ਸਾਰੀ ਰੂਪ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਿਹੜਾ ਮੈਂ ਮਨਹਾਲੀ ਕਿਰਸਾਨੀ ਵਾਲਾ ਸ਼ਬਦ ਬੋਲਿਆ, ਇਹਦੇ ਵਰਗੇ ਬਹੁਤ ਸਾਰੇ ਸ਼ਬਦ ਨੇ। ਫਿਰ ਜਿਹੜੀ ਸ਼ਰਤ ਰੱਖੀ ਹੈ ਕਿ ਕਿਰਤ ਵਿਰਤ ਕਰ ਧਰਮ ਦੀ। ਕਿਰਤ ਕਿਹਦੀ ਕਰਨੀ ਹੈ? ਧਰਮ ਦੀ। ਕਿਉਂਕਿ ਜਿਹੜਾ ਚੋਰ ਉਚੱਕਾ ਹੈ ਉਹ ਵੀ ਕਿਰਤ ਕਰਦਾ ਹੈ, ਉਹ ਵੀ ਕਹਿੰਦਾ ਕਿ ਮੈਂ ਕਿਰਤੀ ਹਾਂ, ਪਰ ਇੱਥੇ ਸ਼ਰਤ ਰੱਖੀ ਹੈ ਕਿ ਕਿਰਤ ਧਰਮ ਦੀ ਕਰਨੀ ਹੈ। ਧਰਮ ਦਾ ਭਾਵ ਹੈ ਇੱਕ ਨਿਯਮ ਦੇ ਵਿੱਚ ਰਹਿ ਕੇ ਸੱਚ ਦੀ ਕਮਾਈ ਕਰਨੀ ਹੈ। ਉਹ ਸੱਚ ਦੀ ਕਮਾਈ ਜੋ ਸਾਨੂੰ ਮਨੁੱਖਤਾ ਦੇ ਭਲੇ ਦੇ ਲਈ ਅਸੀਂ ਵਰਤਣੀ ਹੈ। ਇਸ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਪੀਰ ਪੈਗੰਬਰ ਆਏ ਨੇ। ਇੱਕ ਵਾਰ ਇੱਕ ਸਾਖੀ ਮਿਲਦੀ ਹੈ ਦਸਮ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਕਿ ਗੁਰੂ ਸਾਹਿਬ ਜੀ ਨਦੀ ਪਾਰ ਕਰਦੇ ਪਏ ਨੇ, ਬੇੜੀ ਦੇ ਵਿੱਚ ਸਵਾਰ ਨੇ, ਬੇੜੀ ਦੇ ਰਾਹੀਂ ਇੱਕ ਦਰਿਆ ਜਾਂ ਨਦੀ ਪਾਰ ਕਰ ਰਹੇ ਨੇ। ਇੱਕ ਜਿਹੜਾ ਸਿੱਧ ਹੈ ਉਹ ਬੇੜੀ ਤੋਂ ਬਗੈਰ ਪਾਣੀ ਦੇ ਉੱਤੇ ਤੈਰਦਾ ਆਉਂਦਾ, ਆਪਣੇ ਪੈਰਾਂ ਦੇ ਨਾਲ, ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਜਾਂ ਕੁਝ ਕਰਾਮਾਤਾਂ ਦੇ ਨਾਲ ਉਹ ਤੈਰਦਾ ਪਿਆ। ਜਦੋਂ ਨਦੀ ਪਾਰ ਹੋ ਜਾਂਦੀ ਹੈ ਉਹ ਬਾਰ-ਬਾਰ ਕਦੇ ਗੁਰੂ ਸਾਹਿਬ ਜੀ ਦੇ ਅੱਗੇ ਆਉਂਦਾ ਤੇ ਕਦੇ ਪਿੱਛੇ ਆਉਂਦਾ। ਜਦੋਂ ਨਦੀ ਪਾਰ ਹੋ ਰਹੀ ਹੈ ਗੁਰੂ ਸਾਹਿਬ ਉਹਦੇ ਵੱਲ ਕੋਈ ਧਿਆਨ ਨਹੀਂ, ਕੋਈ ਤਵੱਜੋ ਨਹੀਂ ਦੇ ਰਹੇ ਕਿ ਇਹ ਕੌਣ ਹੈ, ਜਾਂ ਹੈਰਾਨ ਹੋਣ ਵੀ ਇਹ ਜਿਹੜਾ ਪਾਰ ਕਰਦਾ ਪਿਆ ਨਦੀ। ਬੇੜੀ ਤੋਂ ਬੇੜੀ ਵਾਲੇ ਨੂੰ ਇੱਕ ਪੈਸਾ ਦਿੰਦੇ ਨੇ ਤੇ ਉਹਦੀ ਭੇਟਾ ਸੀ, ਉਹਨੇ ਜੋ ਕੀਮਤ ਲੈਣੀ ਸੀ ਨਦੀ ਪਾਰ ਕਰਾਉਣ ਦੀ, ਇੱਕ ਪੈਸਾ ਦੇ ਕੇ ਆਪ ਉਤਰ ਜਾਂਦੇ ਨੇ। ਤੇ ਬੇੜੀ ਵਾਲਾ ਉਹ ਜਿਹੜਾ ਸਿੱਧ ਹੈ, ਜਿਹੜਾ ਕਰਾਮਾਤ ਦਿਖਾ ਰਿਹਾ ਸੀ, ਆਪਣੇ ਆਪ ਪ੍ਰਭਾਵ ਪਾ ਰਿਹਾ ਸੀ ਗੁਰੂ ਸਾਹਿਬ ਦੇ ਉੱਤੇ, ਉਹ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਖਲੋ ਜਾਂਦਾ। ਗੁਰੂ ਸਾਹਿਬ ਕਹਿੰਦੇ ਹਾਂ ਭਾਈ ਦੱਸ ਕੀ ਗੱਲ ਹੈ? ਕਹਿੰਦੇ ਉਹ ਕਹਿੰਦਾ ਸਿੱਧ ਕਹਿੰਦਾ ਮੈਂ ਇੰਨਾ ਵੱਡਾ ਕੰਮ ਕੀਤਾ, ਤੁਸੀਂ ਜਿਹੜੀ ਨਦੀ ਬੇੜੀ ਤੇ ਆ ਕੇ ਬਹਿ ਕੇ ਸਵਾਰ ਕੀਤੀ ਹੈ, ਪਾਰ ਕੀਤੀ ਹੈ, ਤੇ ਮੈਂ ਆਪਣੇ ਸ਼ਕਤੀ ਨੇ ਨਾਲੋਂ ਜਿਹੜੀ ਨਦੀ ਹੈ ਪਾਰ ਕੀਤੀ ਹੈ, ਮੈਂ ਤੁਹਾਡੇ ਨਾਲੋਂ ਵੱਡਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੀ ਇਸ ਸਿੱਧੀ ਨੂੰ ਪਾਉਣ ਦੇ ਲਈ ਤੂੰ ਕਿੰਨੇ ਸਾਲ ਲਾਏ ਨੇ? ਉਹ ਬੜੇ ਮਾਣ ਨਾਲ ਕਹਿੰਦਾ 40 ਸਾਲ। ਕਹਿੰਦੇ ਜਿਸ ਕੰਮ ਨੂੰ ਸਿੱਖਣ ਲਈ ਤੂੰ 40 ਸਾਲ ਲਾ ਦਿੱਤੇ, ਉਹ ਕੰਮ ਮੈਂ ਇੱਕ ਪੈਸਾ ਦੇ ਕੇ ਕਰ ਲਿਆ। ਤੂੰ ਸਮਾਜ ਦੇ ਲਈ ਜੇਕਰ 40 ਸਾਲ ਲਾਏ ਹੁੰਦੇ, ਤੂੰ ਦੱਸ 40 ਸਾਲਾਂ ਦੇ ਵਿੱਚ ਤੇਰੀ ਇਸ ਸਿੱਧੀ ਦੇ ਨਾਲ ਸਮਾਜ ਦਾ ਕੀ ਸਵਾਰਿਆ? ਤੂੰ ਸਮਾਜ ਦੇ ਲਈ ਕੀ ਕੀਤਾ? ਗੁਰੂ ਸਾਹਿਬ ਜੀ ਨੇ ਸ਼ਹਿਰ ਬਣਾਏ ਨੇ, ਜਿੰਨੇ ਸ਼ਹਿਰ ਵਸੇ ਨੇ, ਕਰਤਾਰਪੁਰ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਦੇ ਸ਼ਹਿਰ ਜਿਹੜੇ ਨੇ ਉਹਨਾਂ ਦੀ ਝਾਤ ਮਾਰ ਕੇ ਵੇਖ ਲਓ। ਉਹਨਾਂ ਸ਼ਹਿਰਾਂ ਦੇ ਵਿੱਚ ਮੈਨੂੰ ਇੱਕ ਘਰ ਦੱਸੋ ਜਿਹੜਾ ਗੁਰੂ ਸਾਹਿਬ ਨੇ ਆਪਣੇ ਲਈ ਬਣਾਇਆ। ਉਹ ਇਮਾਰਤ ਜਾਂ ਉਹ ਜਾਇਦਾਦ ਦੱਸੋ ਜੋ ਗੁਰੂ ਸਾਹਿਬ ਨੇ ਆਪਣੇ ਨਾਮ ਰਜਿਸਟਰੀ ਕਰਾਈ ਕਿ ਇਹ ਮੇਰੀ ਹੈ। ਪਰ ਅਸੀਂ ਸਾਰੀ ਉਮਰ ਆਪਣੀ ਕਮਾਈ ਦੇ ਵਿੱਚੋਂ ਆਪਣੇ ਘਰ ਬਣਾਉਣ ਲਈ ਲਗਾ ਦਿੰਦੇ ਹਾਂ। ਜਦੋਂ ਪੁੱਤ ਜੰਮਦਾ ਹੈ, ਪੰਜਾਬੀ ਦਾ ਅਖਾਣ ਹੈ ਕਿ ਕੰਧਾਂ ਕੰਬਦੀਆਂ ਨੇ। ਕੰਧਾਂ ਕੰਬਦੀਆਂ ਨੇ, ਕਿਉਂ ਕੰਬਦੀਆਂ ਨੇ? ਦਾਦੇ ਨੇ ਘਰ ਬਣਾਇਆ, ਪੁੱਤ ਨੇ ਢਾਇਆ। ਪੁੱਤ ਨੇ ਘਰ ਬਣਾਇਆ, ਉਹਦੇ ਪੁੱਤਰ ਨੇ ਅੱਗੋਂ ਢਾਇਆ। ਜਿਹੜਾ ਅਸੀਂ ਬਣਾਉਣਾ ਸਾਡੇ ਪੁੱਤ ਢਾਉਣਗੇ, ਜਿਹੜੇ ਸਾਡੇ ਪੁੱਤਰ ਬਣਾਉਣਗੇ ਉਹ ਪੋਤਰੇ ਢਾਉਣਗੇ।